ਹੁਣ ਅਸੀਂ ਅੱਗੇ ਵਧਦੇ ਹਾਂ, ਹਕੀਮ ਸਾਹਿਬ ਦੇ ਨਾਲ ਕੋਈ ਹੋਰ ਗੱਲਬਾਤ ਕਰਦੇ ਹਾਂ। ਹਕੀਮ ਸਾਹਿਬ ਨੂੰ ਮੈਂ ਪੁੱਛਿਆ ਕਿ ਹਕੀਮ ਸਾਹਿਬ ਇਹ ਦੱਸੋ ਕਿ ਤੁਸੀਂ ਕਿਹੜੀਆਂ ਮਰਜ਼ਾਂ ਦਾ ਬੜਾ ਪਹੁੰਚ ਕੇ ਤੇ ਸੋਹਣਾ ਇਲਾਜ ਕਰਦੇ ਹੋ। ਹਕੀਮ ਸਾਹਿਬ ਨੇ ਦੱਸਿਆ ਕਿ ਮੈਂ ਬਵਾਸੀਰ ਦਾ ਬੜਾ ਸੋਹਣਾ ਤੇ ਬੜਾ ਪੱਕਾ ਇਲਾਜ ਕਰਦਾ। ਤੇ ਹਕੀਮ ਸਾਹਿਬ ਨੂੰ ਹੁਣ ਅਸੀਂ ਪੁੱਛਦੇ ਹਾਂ, ਹਕੀਮ ਸਾਹਿਬ ਬਵਾਸੀਰ ਜਿਹੜੀ ਆ ਇਹ ਵਾਕਈ ਅੱਜ ਕੱਲ੍ਹ ਦਾ ਬੜਾ ਆਮ ਮਰਜ਼ ਆ, ਤਕਰੀਬਨ ਕੋਈ 70% ਲੋਕਾਂ ਨੂੰ ਇਹ ਮਰਜ਼ ਪਾਇਆ ਜਾਂਦਾ। ਤੇ ਵੇਖਣ 'ਚ ਇਹ ਆਇਆ ਵੇ ਕਿ ਬਵਾਸੀਰ ਦੇ ਮਰੀਜ਼ ਕਈ ਸਾਲ ਤੱਕ ਕਈ ਵਰਿਆਂ ਤੱਕ ਫਿਰਦੇ ਰਹਿੰਦੇ, ਉਹ ਠੀਕ ਨਹੀਂ ਹੁੰਦੇ। ਤੇ ਉਹਦੀ ਕੀ ਵਜ੍ਹਾ ਹੁੰਦੀ ਹੈ ਜੀ? ਸਭ ਤੋਂ ਪਹਿਲੇ ਉਹਦੀ ਵਜ੍ਹਾ ਹੁੰਦੀ ਹੈ ਕਿ ਜਿਹੜੇ ਮੁਤਲਕਾ ਮਰੀਜ਼ ਹੁੰਦਾ ਉਹਦਾ ਰਹਿਣ ਸਹਿਣ, ਉਹਦਾ ਖਾਣ ਪੀਣ, ਇਹ ਵਜ੍ਹਾ ਹੁੰਦੀ। ਉਸ ਤੋਂ ਇਲਾਵਾ ਕਿ ਬਾਅਦ ਇਹ ਮਸਲਾ ਹੈ ਕਿ ਉਹਦਾ ਸਹੀ ਇਲਾਜ ਨਹੀਂ ਹੁੰਦਾ। ਇਸ ਵਜ੍ਹਾ ਨਾਲ ਫਿਰ ਬਜਾਏ ਮਰੀਜ਼ ਸਹੀ ਹੋਣ ਦੇ ਜਲਦੀ ਉਹ ਲੰਬੇ ਅਰਸੇ ਤੱਕ ਚੱਲਦਾ ਰਹਿੰਦਾ, ਉਹਨੂੰ ਫਿਰ ਵੀ ਆਰਾਮ ਨਹੀਂ ਆਉਂਦਾ। ਇਹਦਾ ਬਿਹਤਰੀਨ ਹੱਲ ਹੈ ਕਿ ਜਿਹੜਾ ਕੋਈ ਵੀ ਜਿਹੜਾ ਮਾਲਜ ਹੈਗਾ, ਜਿਹੜਾ ਅੱਛਾ ਦਾ ਕੰਮ ਮਾਹਰ ਹੈਗਾ, ਉਹਨੂੰ ਇਲਾਜ ਦਾ ਮੌਕਾ ਦਿੱਤਾ ਜਾਵੇ। ਤੇ ਉਹਦੇ ਮੁਤਾਬਕ ਜਿਸ ਤਰ੍ਹਾਂ ਕਹਿੰਦਾ ਹੈ ਮਾਲਜ ਕਿ ਇਹ ਚੀਜ਼ ਖਾਣੀ ਹੈ, ਨਹੀਂ ਖਾਣੀ, ਜੋ ਪਰਹੇਜ਼ ਦੱਸੇ, ਦਵਾਈ ਤਰੀਕਾ ਖਾਣ ਪੀਣ ਦਾ, ਉਹਦੇ ਤੇ ਅਮਲ ਕੀਤਾ ਜਾਵੇ, ਫਿਰ ਮਰੀਜ਼ ਜਲਦੀ ਠੀਕ ਹੋ ਜਾਂਦਾ। ਅੱਛਾ ਹਕੀਮ ਸਾਹਿਬ, ਤੁਸੀਂ ਇਹ ਆਖਿਆ ਕਿ ਜਿਹੜੀ ਬਵਾਸੀਰ ਆ, ਇਹ ਬਵਾਸੀਰ ਦੇ ਮਰੀਜ਼ ਕਈ ਵਰਿਆਂ ਰੁਲਦੇ ਰਹਿੰਦੇ, ਇਸ ਵਾਸਤੇ ਰੁਲਦੇ ਰਹਿੰਦੇ ਕਿ ਉਹਨਾਂ ਦਾ ਇਲਾਜ ਸਹੀ ਨਹੀਂ ਹੁੰਦਾ। ਤੇ ਹਕੀਮ ਸਾਹਿਬ, ਬਵਾਸੀਰ ਦਾ ਮਰੀਜ਼ ਕਿਸੇ ਮੁਆਲਿਜ ਦੇ ਕੋਲ ਜਦੋਂ ਆਉਂਦਾ ਤੇ ਉਹ ਜਾਂ ਤੇ ਉਹਨੂੰ ਦਰਦ ਹੋ ਰਹੀ ਹੁੰਦੀ ਆ, ਜਾਂ ਉਹਨੂੰ ਜਲਨ ਹੁੰਦੀ ਆ, ਜਾਂ ਉਹਨੂੰ ਖਾਰਿਸ਼ ਹੁੰਦੀ ਆ, ਜਾਂ ਉਹਨੂੰ ਬਲੱਡ ਆ ਰਿਹਾ ਹੁੰਦਾ, ਖੂਨ ਆ ਰਿਹਾ ਹੁੰਦਾ, ਜਾਂ ਉਹਨੂੰ ਮੁੱਕੇ ਬਣੇ ਹੋਏ ਹੁੰਦੇ ਆ। ਤੇ ਮਰੀਜ਼ ਕਿਸੇ ਵੀ ਮੁਆਲਿਜ ਦੇ ਕੋਲ ਆਇਆ, ਪਹਿਲੇ ਤੇ ਮਰੀਜ਼ ਡਾਕਟਰਾਂ ਕੋਲ ਮੁਖਤਲਿਫ ਕੋ ਫਿਰਦੇ ਰਹਿੰਦੇ ਆ, ਕਈ ਵਰੇ ਫਿਰਦੇ ਰਹਿੰਦੇ ਆ, ਠੀਕ ਨਹੀਂ ਹੁੰਦੇ। ਤੇ ਹੁਣ ਗੱਲ ਇਹ ਹੈ ਕਿ ਮਰੀਜ਼ ਜਦੋਂ ਆਇਆ, ਜ਼ਾਹਰ ਆ ਉਹਨੂੰ ਦਰਦ ਹੋ ਰਹੀ ਆ, ਕਿਸੇ ਵੀ ਮੁਆਲਿਜ ਨੇ ਤੁਸਾਂ ਜਾਂ ਕਿਸੇ ਨੇ ਵੀ ਉਹਨੂੰ ਦਵਾਈ ਦਿੱਤੀ ਤੇ ਉਹਦੀ ਦਰਦ ਖਤਮ ਹੋ ਗਈ, ਤੇ ਇਹਦਾ ਮਤਲਬ ਆ ਮਰੀਜ਼ ਠੀਕ ਹੋ ਗਿਆ? ਨਹੀਂ ਜੀ, ਨਹੀਂ। ਮਰੀਜ਼ ਦੀ ਜਿਹੜੀ ਹੁੰਦੀ ਨਾ ਅਲਾਮਤਾਂ, ਉਹਨੂੰ ਦਰਦ ਹੋ ਰਿਹਾ, ਜਲਨ ਹੋ ਰਹੀ ਹੈ, ਉਹਨੂੰ ਖੂਨ ਆ ਰਿਹਾ ਹੈ, ਇਹ ਬਿਮਾਰੀ ਨੂੰ ਜਿਹੜੀਆਂ ਹੁੰਦੀਆਂ ਨਾ ਅਲਾਮਤਾਂ ਹੁੰਦੀਆਂ ਨੇ। ਅਸੀਂ ਪਹਿਲਾਂ ਦੇਖਣਾ ਕਿ ਇਹ ਕਿਸ ਵਜ੍ਹਾ ਤੋਂ ਸਾਰੀਆਂ ਅਲਾਮਤਾਂ ਹੋਈਆਂ ਨੇ। ਅਸੀਂ ਉਹ ਚੀਜ਼ ਜਿਹੜਾ ਮਸਲਾ ਹੁੰਦਾ, ਕਿਸ ਵਜ੍ਹਾ ਤੋਂ ਸਾਰੀਆਂ ਮਸਲਾ ਬਿਮਾਰੀਆਂ ਅਲਾਮਤਾਂ ਹੁੰਦੀਆਂ ਨੇ, ਉਹ ਖਤਮ ਕਰਾਂਗੇ ਤਾਂ ਫਿਰ ਜਾ ਕੇ ਮੁਸ਼ਕਿਲ ਮਰੀਜ਼ ਨੂੰ ਆਰਾਮ ਆਉਣਾ ਹੈ। ਯਾਨੀ ਕਿ ਸਾਹਿਬ ਤੁਸੀਂ ਇਹ ਫਰਮਾ ਰਹੇ ਹੋ ਕਿ ਦਰਦ ਦਾ ਹੋ ਜਾਣਾ, ਖੂਨ ਦਾ ਆ ਜਾਣਾ, ਜਲਨ ਦਾ, ਖਾਰਿਸ਼ ਦਾ ਹੋ ਜਾਣਾ, ਮੌਕਿਆਂ ਦਾ ਬਣ ਜਾਣਾ, ਇਹ ਬਵਾਸੀਰ ਨਹੀਂ ਹੈਗੀ। ਜੀ ਜੀ, ਇਹ ਬਵਾਸੀਰ ਦੀਆਂ ਨਿਸ਼ਾਨੀਆਂ ਜੀ। ਤੇ ਫਿਰ ਬਵਾਸੀਰ ਕੀ ਬੁਲਾਇਆ ਜੀ? ਬਵਾਸੀਰ ਜਿਹੜੇ ਹੁੰਦੇ ਨਾ ਖੂਨ 'ਚ ਸ਼ਾਮਲ ਹੋ ਜਾਂਦਾ, ਜਿਹੜਾ ਮਵਾਦ, ਜ਼ਹਿਰੀਲਾ ਮਵਾਦ ਹੁੰਦਾ, ਉਸ ਵਜ੍ਹਾ ਤੋਂ ਇਨਸਾਨ ਨੂੰ ਬਿਮਾਰੀਆਂ ਲੱਗਦੀਆਂ, ਬੈਠਣ ਲੱਗਿਆ ਤਕਲੀਫ ਹੁੰਦੀ ਹੈ, ਸਖਾ ਜਗ੍ਹਾ ਤੇ ਬੈਠ ਨਹੀਂ ਸਕਦਾ, ਪਖਾਨਾ ਕਰਨ ਲੱਗਾ ਖੂਨ ਆਏਗਾ, ਖਾਰਿਸ਼ ਹੋਏਗੀ, ਜਲਨ ਹੋਏਗੀ। ਜਦ ਤੱਕ ਅਸੀਂ ਇਹ ਖੂਨ ਦੇ ਜਿਹੜਾ ਮਸਲਾ ਹੁੰਦਾ, ਕਵਾਮ ਹੁੰਦਾ, ਜੇ ਖੂਨ 'ਚ ਜਦ ਜ਼ਹਿਰੀਲੇ ਮਵਾਦ ਸ਼ਾਮਲ ਹੋ ਜਾਂਦੇ ਨੇ, ਉਹਨੂੰ ਜਦ ਤੱਕ ਅਸੀਂ ਖਤਮ ਨਹੀਂ ਕਰਾਂਗੇ ਤੇ ਅਲਾਮਤਾਂ ਖਤਮ ਨਹੀਂ ਹੋਣਗੀਆਂ। ਜਿਸ ਲਈ ਅਲਾਮਤਾਂ ਖਤਮ ਹੋਣਗੀਆਂ, ਮਰੀਜ਼ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰਨਾ ਸ਼ੁਰੂ ਕਰ ਦੇਗਾ। ਅੱਛਾ, ਇਹਦਾ ਮਤਲਬ ਹੈ ਹਕੀਮ ਸਾਹਿਬ ਬਵਾਸੀਰੀ ਜ਼ਹਿਰ ਜਿਹੜਾ ਆ ਉਹ ਹੋਰ ਚੀਜ਼ ਆ ਤੇ ਬਵਾਸੀਰ ਦੀਆਂ ਅਲਾਮਤਾਂ ਹੋਰ ਚੀਜ਼ ਆ? ਬਿਲਕੁਲ ਜੀ, ਬਿਲਕੁਲ। ਇਹਦਾ ਮਤਲਬ ਆ ਕਿ ਮਰੀਜ਼ ਜਿਹੜਾ ਵੀ ਆਉਂਦਾ ਆ ਉਹਨੂੰ ਇਹ ਹੀ ਹੁੰਦਾ ਕਿ ਮੇਰੀਆਂ ਅਲਾਮਤਾਂ ਜਾਂ ਮੇਰੀਆਂ ਤਕਲੀਫਾਂ ਖਤਮ ਹੋਣ ਤੇ ਮੈਂ ਠੀਕ ਹਾਂ। ਇਹ ਤੋਂ ਇਹ ਪਤਾ ਚੱਲਦਾ ਕਿ ਬਵਾਸੀਰ ਦਾ ਮਰੀਜ਼ ਜਿਹੜਾ ਹੁੰਦਾ, ਉਹ ਜਿੱਦਾਂ ਹੀ ਉਹਦੀਆਂ ਅਲਾਮਤਾਂ ਖਤਮ ਹੁੰਦੀਆਂ ਤਕਲੀਫ ਵਾਲੀਆਂ, ਤੇ ਉਹ ਆਪਣੇ ਆਪ ਹੀ ਫੈਸਲਾ ਕਰ ਲੈਂਦਾ ਕਿ ਮੈਂ ਠੀਕ ਹੋ ਗਿਆ, ਹਾਲਾਂਕਿ ਉਹ ਠੀਕ ਨਹੀਂ ਹੋਇਆ ਹੁੰਦਾ। ਤੇ ਇਸ ਵਾਸਤੇ ਬਵਾਸੀਰ ਦੇ ਮਰੀਜ਼ ਕਈ ਵਰਿਆਂ ਤੱਕ ਇੱਦਾਂ ਹੀ ਫਿਰਦੇ ਰਹਿੰਦੇ ਆ। ਜਦੋਂ ਕੋਈ ਗਿਜ਼ਾ ਗਲਤ ਖਾਧੀ, ਕੋਈ ਐਸੀ ਗਿਜ਼ਾ ਖਾ ਲਈ ਜਿਹਦੇ ਵਿੱਚ ਤਜ਼ਾਬੀਅਤ ਜ਼ਿਆਦਾ ਸੀ, ਤੇ ਉਹਦੀ ਸੂਰਤ ਦੇ ਵਿੱਚ ਉਹ ਫਿਰ ਦੁਬਾਰਾ ਬਿਮਾਰ ਹੋ ਜਾਂਦੇ ਆ। ਉਹ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕੋਈ ਵੀ ਕਿਸੇ ਨੂੰ ਮਰੀਜ਼ ਨੂੰ ਮਸਲਾ ਲੱਗਦਾ ਨਾ, ਤੇ ਉਹ ਕੋਈ ਕਿਤੇ ਵੀ ਦਵਾਈ ਲੈ ਕੇ ਇਸਤੇਮਾਲ ਕਰਦਾ, ਉਹਨੂੰ ਚੰਦ ਦਿਨ ਤੋਂ ਬਾਅਦ ਫਰਕ ਪੈ ਜਾਂਦਾ। ਮਰੀਜ਼ ਸਮਝਦਾ ਕਿ ਮੈਂ ਠੀਕ ਹੋ ਗਿਆ, ਸਿਹਤਯਾਬ, ਹਾਲਾਂਕਿ ਬਾਤ ਗਲਤ ਹੈ। ਕਿਸੇ ਵੀ ਮਰਜ਼ 'ਤੇ ਆਰਾਮ ਆਉਣਾ ਮਤਲਬ ਕਿ ਉਹਨੂੰ ਉਹਦੀ ਜਿਹੜੀ ਹੁੰਦੀ ਨਾ ਸਕੂਨ ਹੋਣਾ, ਉਹ ਹੋਰ ਚੀਜ਼ ਹੈ। ਮੁਕੰਮਲ ਇਲਾਜ ਹੋਣਾ ਹੋਰ ਚੀਜ਼ ਹੈ। ਜੀ ਹਕੀਮ ਸਾਹਿਬ, ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਦੇਖੋ ਜ਼ਾਹਰ ਆ ਜਦੋਂ ਮਰੀਜ਼ ਨੂੰ ਤਕਲੀਫ ਹੁੰਦੀ ਆ ਤੇ ਉਹਦੀ ਤਕਲੀਫ ਦਾ ਅਜ਼ਾਲਾ ਵੀ ਪਹਿਲੇ ਨੰਬਰ ਤੇ ਜ਼ਰੂਰੀ ਹੁੰਦਾ, ਤੇ ਉਸ ਤੋਂ ਬਾਅਦ ਹੈਗਾ ਉਹਦਾ ਫਿਰ ਮੁਸਤਕਿਲ ਇਲਾਜ। ਮੈਨੂੰ ਇਹ ਦੱਸੋ, ਜਿਹੜੀ ਟਾਈਮ ਦੇ ਟਾਈਮ ਮਰੀਜ਼ ਨੂੰ ਤਕਲੀਫ ਹੁੰਦੀ ਆ, ਉਹ ਤੁਹਾਡੇ ਕਿੰਨੇ ਕੁ ਦਿਨਾਂ ਦੇ ਇਲਾਜ ਨਾਲ ਖਤਮ ਹੋ ਜਾਂਦੀ?
ਜੀ ਮਰੀਜ਼ ਜਿੰਨਾ ਮਰਜ਼ੀ ਪੁਰਾਣਾ ਹੋਵੇ ਨਾ ਬਵਾਸੀਰ ਦਾ ਇਨਸ਼ਾਅੱਲਾ ਚੰਦ ਦਿਨਾਂ 'ਚ ਜਿਹੜੀ ਹੁੰਦੀਆਂ ਅਲਾਮਤਾਂ ਖਾਰਜ ਜਲਨ ਬਲੀਡਿੰਗ ਉਹ ਤੇ ਇਨਸ਼ਾਅੱਲਾ ਅੱਲਾ ਫਜ਼ਲ ਕਰਮ ਨਾਲ ਉਹ ਚੰਦ ਦਿਨ 'ਚ ਖਤਮ ਹੋ ਜਾਏਗੀ। ਬਾਕੀ ਜਿਹੜਾ ਮੁਸ਼ਕਿਲ ਜਿਹੜਾ ਖੂਨ ਦਾ ਅਸੀਂ ਜਿਹੜਾ ਜ਼ਹਿਰ ਹੁੰਦਾ ਉਹਨੂੰ ਕਵਾਮ ਨੂੰ ਚੇਂਜ ਕਰਨਾ, ਖੂਨ ਨੂੰ ਦੁਬਾਰਾ ਉਸੇ ਹਾਲਤ 'ਚ ਲੈ ਕੇ ਆਉਂਦਾ, ਉਹਦੀ ਖਾਤਰ ਤਕਰੀਬਨ ਕੋਈ 2.5-3 ਮਹੀਨੇ ਲੱਗ ਜਾਂਦੇ ਨੇ। ਜੀ ਯਾਨੀ ਹਕੀਮ ਸਾਹਿਬ 3 ਮਹੀਨੇ ਅਗਰ ਇਲਾਜ ਨਹੀਂ ਹੁੰਦਾ, 3-3.5 ਮਹੀਨੇ ਤੇ ਖੂਨ ਦੇ ਵਿੱਚੋਂ ਬਵਾਸੀਰੀ ਜ਼ਹਿਰ ਨਹੀਂ ਨਿਕਲਦਾ ਤੇ ਜਿੰਨੀ ਦੇਰ ਤੱਕ ਬਵਾਸੀਰੀ ਜ਼ਹਿਰ ਦੀ ਤੇਜ਼ਾਬੀਅਤ ਖੂਨ ਦੇ ਵਿੱਚੋਂ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਬਵਾਸੀਰ ਦਾ ਮਰੀਜ਼ ਮੁਸਤਕਿਲ ਤੌਰ ਤੇ ਠੀਕ ਨਹੀਂ ਹੋ ਸਕਦਾ। ਜੀ ਅੱਛਾ, ਹੁਣ ਹਕੀਮ ਸਾਹਿਬ ਹੁਣ ਆਨੇ ਆ ਅਸੀਂ, ਤੁਸੀਂ ਇਹ ਦੱਸੋ ਕਿ ਪਿਛਲੇ 20 ਵਰਿਆਂ ਤੋਂ ਤੁਸੀਂ ਇਲਾਜ ਮੁਆਲਜਾ ਕਰਦੇ ਆ ਰਹੇ ਹੋ ਤੇ ਹੁਣ ਅਗਰ ਕੋਈ ਮਰੀਜ਼ ਤੁਹਾਡੇ ਕੋਲੋਂ ਇਲਾਜ ਕਰਵਾਉਣਾ ਚਾਹਵੇ ਤੇ ਫਿਰ ਤੁਸੀਂ ਉਹਦੇ ਵਾਸਤੇ ਕੀ ਸਹੂਲੀਅਤ ਮੁਯੱਸਰ ਕਰਦੇ ਹੋ? क्या ਤੁਸੀਂ ਕੋਈ ਬਕਾਇਦਾ ਕਲੀਨਿਕ ਕਰਦੇ ਹੋ? ਔਰ ਅਗਰ ਕੋਈ ਮਰੀਜ਼ ਤੁਹਾਡੇ ਕੋਲੋਂ ਬਵਾਸੀਰ ਵਾਸਤੇ ਕੋਈ ਆਨਲਾਈਨ ਦਵਾਈ ਮੰਗਵਾਉਣਾ ਚਾਹਵੇ ਤੇ क्या ਤੁਸੀਂ ਉਹਨੂੰ ਕੋਰੀਅਰ ਦੇ ਜ਼ਰੀਏ ਦਵਾਈ ਭੇਜ ਸਕਦੇ ਹੋ? ਜੀ ਅਲਹਮਦੁਲਿਲਾ ਤਕਰੀਬਨ 20 ਸਾਲ ਦੇ ਅਰਸੇ ਤੋਂ ਮੈਂ ਫੈਸਲਾਬਾਦ 'ਚ ਆਪਣਾ ਮਤਲਬ ਕਰ ਰਿਹਾ। ਜਿਹੜੇ ਨਾ ਮਕਾਮੀ ਮਰੀਜ਼ ਉਹ ਤੇ ਮੈਨੂੰ ਉੱਥੇ ਮਿਲ ਸਕਦੇ ਨੇ ਆ ਕੇ ਮੇਰੇ ਐਡਰੈਸ ਤੇ। ਜਿਹੜੇ ਬਰੂਨੇ ਸ਼ਹਿਰ ਨੇ ਜਾਂ ਕਿਸੇ ਦੂਰ ਦਰਾਜ਼ ਇਲਾਕੇ 'ਚ ਮੇਰੇ ਤੋਂ ਜਲਦੀ ਨਹੀਂ ਪਹੁੰਚ ਸਕਦੇ ਉਹ ਪੋਰਟਲ ਦੇ ਜ਼ਰੀਏ TCS ਦੇ ਜ਼ਰੀਏ ਲੈਬੋਰੇਟਰੀ ਜਾਂ ਕਿਸੇ ਕੋਈ ਜ਼ਰਾਏ ਹੈ ਨੇ ਉਹਨਾਂ ਦੇ ਜ਼ਰੀਏ ਆਪਣੀ ਘਰ ਬੈਠੇ ਮੇਰੇ ਕੋਲ ਮੈਡੀਸਨ ਮੰਗਵਾ ਸਕਦੇ ਨੇ। ਜੀ ਪਿਆਰੇ ਨਾਜ਼ਰੀਨ, ਤੇ ਐਸੀ ਸਾਡੇ ਹਕੀਮ ਪਿਆਰੇ ਦੋਸਤ ਹਕੀਮ ਸ਼ਾਹਦ ਸਾਹਿਬ ਤੇ ਇਹਨਾਂ ਦਾ WhatsApp ਨੰਬਰ ਵੀ ਇਨਸ਼ਾਅੱਲਾ ਅਸੀਂ ਤੁਹਾਨੂੰ ਸਕਰੀਨ ਤੇ ਮੈਂਸ਼ਨ ਕਰ ਦਿੰਨੇ ਆ। ਇਹਨਾਂ ਦੇ ਨਾਲ ਤੁਸੀਂ ਮੁਖਤਲਫ ਬਿਮਾਰੀਆਂ ਦੇ ਵਾਸਤੇ ਬਿਲਖਸੂਸ ਬਵਾਸੀਰ ਦੇ ਵਾਸਤੇ ਰਾਬਤਾ ਕਰਕੇ ਤੇ ਮੁਸਤਕਿਲ ਇਲਾਜ ਦੇ ਵਾਸਤੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਕਿਉਂਕਿ ਹਕੀਮ ਸਾਹਿਬ ਦਾ ਬਵਾਸੀਰ ਦੇ ਇਲਾਜ ਦੇ ਹਵਾਲੇ ਨਾਲ ਤਕਰੀਬਨ 20 ਵਰਿਆਂ ਦਾ ਤਜਰਬਾ ਵਾ ਤੇ ਇਸ ਵਾਸਤੇ ਇਲਾਜ ਉਸ ਬੰਦੇ ਦੇ ਕੋਲੋਂ, ਉਸ ਤਬੀਬ ਦੇ ਕੋਲੋਂ ਕਰਵਾਉਣਾ ਚਾਹੀਦਾ ਕਿ ਜਿਹੜਾ ਉਸ ਸ਼ੋਬੇ ਦੇ ਵਿੱਚ ਵਾਕਿਅਤਨ ਮੁਹਾਰਤ ਰੱਖਦਾ ਹੋਵੇ। ਤੇ ਹਕੀਮ ਸਾਹਿਬ ਜਿਹੜੇ ਆ ਸਾਡੇ ਇਹ ਬਵਾਸੀਰ ਦੇ ਇਲਾਜ ਦੇ ਵਿੱਚ ਬੜੀ ਬਿਹਤਰੀਨ ਦਸਤਰਸ ਰੱਖਦੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਕਾਲ ਦੇ ਜ਼ਰੀਏ ਵੀ ਤੇ WhatsApp ਦੇ ਜ਼ਰੀਏ ਵੀ ਰਾਬਤਾ ਕਰਕੇ ਇਹਨਾਂ ਦੇ ਨਾਲ ਤੁਸੀਂ ਵਕਤ ਤੈਅ ਕਰ ਸਕਦੇ ਹੋ। ਜੀ ਹਕੀਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਇਸ ਬਜ਼ਮ ਦੇ ਵਿੱਚ ਤਸ਼ਰੀਫ ਲਿਆਏ। ਇਨਸ਼ਾਅੱਲਾ ਦੋਸਤੋ, ਬੇਲੀਓ ਮਿੱਤਰੋ, ਇਹ ਸੀ ਤੁਹਾਡਾ ਮੁਦੱਸਰ ਚੱਠਾ। ਅੱਜ ਦਾ ਵਲੋਗ ਮਾਂ ਬੋਲੀ ਦੇ ਰੰਗ ਤੇ ਸਾਡੇ ਨਾਲ ਮਹਿਮਾਨ ਸੀ ਹਕੀਮ ਸ਼ਾਹਦ ਸਾਹਿਬ। ਇਨਸ਼ਾਅੱਲਾ ਅਗਲੇ ਕਿਸੇ ਹੋਰ ਵੇਲੇ ਤੇ ਕਿਸੇ ਹੋਰ ਸੋਹਣੇ ਜਿਹੇ ਮਹਿਮਾਨ ਦੇ ਨਾਲ ਇਨਸ਼ਾਅੱਲਾ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਤੇ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ, ਅੱਲਾ ਹਾਫਿਜ਼।